ਚਾਹੇ ADC ਕੋਲ ਹੈ, ਚਾਹੇ ਕੋਰਟ ਵਿੱਚ ਹੈ, ਜੇ ਨੋਟਿਸ ਆ ਜਾਂਦਾ ਉਸ ਤੋਂ ਬਾਅਦ ਜੇ ਕੋਈ ਵੀ ਅਫਸਰ ਬਲਡੋਜ਼ਰ ਲੈ ਕੇ, ਚਾਹੇ BDPO ਹੈ, ਚਾਹੇ SSP ਹੈ, ਚਾਹੇ DC ਹੈ, ਜੇ ਪਿੰਡ ਵਿੱਚ ਜ਼ਮੀਨ ਵਾਹਣ ਚਲਾ ਗਿਆ, ਕੀ ਬਾਈ ਨੇਮ ਕੇਸ ਹੋ ਸਕਦਾ? ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਤੁਸੀਂ ਮੰਤਰੀ ਛੱਡੋ, ਜੇ ਮਤਲਬ ਪ੍ਰਧਾਨ ਮੰਤਰੀ ਆਵੇ ਉੱਤੇ ਵੀ ਹੋ ਸਕਦਾ। ਕਾਨੂੰਨ ਸਭ ਲਈ ਬਰਾਬਰ ਹੈ ਬ੍ਰਦਰ। ਆਪਾਂ ਕਨਸਟੀਟਿਊਸ਼ਨ ਦੀ ਲਾਅ ਦੀ ਗੱਲ ਕਰ ਰਹੇ ਹਾਂ। ਮੈਂ ਜਿਹੜੀ ਆ ਵਰਦੀ ਪਾਈ ਹੈ ਕਾਨੂੰਨ ਦੀ, ਇਹ ਕਾਨੂੰਨ ਦੇ ਇਹਦੇ 'ਚ ਸਾਰੇ ਬੰਦੇ ਇੱਕੋ ਜਿਹੇ ਨੇ। ਜੇ ਮੈਂ ਕਤਲ ਕਰੂੰਗਾ ਤਾਂ ਮੈਨੂੰ ਉਹੀ ਸਜ਼ਾ ਜਿਹੜੀ ਇਹਨਾਂ ਨੂੰ ਹੋਏਗੀ। ਇਹ ਨਹੀਂ ਹੋ ਸਕਦਾ ਕਿ ਉਹ ਮੰਤਰੀ ਹੈ ਤੇ ਉਹਨਾਂ ਦੇ ਉੱਪਰ ਕੋਈ ਕਾਨੂੰਨ ਨਹੀਂ ਹੈਗਾ, ਤਾਂ ਐਸਾ ਨਹੀਂ ਕੁਛ। ਜੇ ਕੱਲ ਨੂੰ ਬੁਲਡੋਜ਼ਰ ਚੱਲ ਜਾਂਦੇ ਨੇ, ਨਹੀਂ ਮੰਨਦੀ ਸਰਕਾਰ ਵੀ ਇਹ ਚਲਾਣਾ ਬੁਲਡੋਜ਼ਰ, ਫਿਰ ਜੇ ਬਦਮਾਸ਼ ਆ ਕੇ ਉਹਨੂੰ ਰੋਕ ਸਕਦੇ ਆ ਤਾਂ ਸਰਕਾਰ ਜੇ ਬਦਮਾਸ਼ੀ ਕਰੇਗੀ ਨਾ, ਬਹੁਤ ਸਾਰੇ ਤਰੀਕੇ ਹੈਗੇ ਨੇ। ਇਹ ਤਾਂ ਵਿਚਾਰੇ ਸ਼ਰੀਫ ਬੰਦੇ ਨੇ। ਜਦੋਂ ਸ਼ਰੀਫ ਬੰਦਾ ਖੜਾ ਹੋਊਗਾ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰ ਪਰਮਾਤਮਾ ਨੂੰ ਥੱਲੇ ਲਿਆਂਦਾ। ਕਿ ਕੋਈ ਇਹੋ ਜਿਹੀ ਪਾਲਿਸੀ ਹੈਗੀ ਹੈ ਜੋ ਸਰਕਾਰ ਸੋਚਦੀ ਹੈ ਇਸ ਸਮੇਂ ਕਿ ਇਹਨਾਂ ਜ਼ਮੀਨਾਂ ਪਹਿਲਾਂ ਲੈ ਲਈਏ, ਬਾਅਦ 'ਚ ਵਾਪਸ ਦੇ ਦਈਏ, ਇਹ ਕੀ ਪੋਸੀਬਲ ਹੈਗਾ? ਸਰਦਾਰ ਸਾਹਿਬ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਪਹਿਲੇ ਮੈਂ ਇਹਨਾਂ ਦਾ ਘਰ ਤੋੜਾਂ, ਇਹਨਾਂ ਦੀ ਜ਼ਮੀਨ ਖੋਲ੍ਹਵਾਂ, ਮੁੜ ਕੇ ਮੈਂ ਕਹਾਂ ਇਹਨਾਂ ਨੂੰ ਦੇ ਦਾਂਗਾ। ਇਹ ਕਿੱਥੇ ਦੀ ਗੱਲ ਕਰ ਰਹੇ ਹੋ? ਕਿ ਕਿਸੇ ਵੀ ਸਟੇ ਕੀਤੀ ਜ਼ਮੀਨ ਦੇ ਉੱਤੇ ਮੰਤਰੀ ਸਾਹਿਬ ਜਾ ਕੇ ਕਬਜ਼ਾ ਲੈ ਸਕਦੇ ਨੇ? ਨਹੀਂ ਜੀ, ਕਾਨੂੰਨ ਤਾਂ ਦੇਖੋ ਬੜਾ ਕਲੀਅਰ ਹੈ। ਮੰਤਰੀ ਜੀ ਜਾਣ ਭਾਵੇਂ ਸੰਤਰੀ ਜੀ ਜਾਣ, ਉਹਦਾ ਕੋਈ ਮਤਲਬ ਨਹੀਂ ਹੈਗਾ। ਕਾਨੂੰਨ ਦੀ ਗੱਲ ਕਰੀਏ, ਕਾਨੂੰਨ ਦੇ ਵਿੱਚ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ। 26 ਜਨਵਰੀ 1950 ਤੋਂ ਪਹਿਲੇ ਜਿਹੜੇ ਬੰਦੇ ਦੇ ਕਾਬਜ਼ ਹੈਗੇ ਨੇ, ਜਿਨ੍ਹਾਂ ਕੋਲ ਐਵੀਡੈਂਸ ਹੈਗਾ, ਉਹਨਾਂ ਦੇ ਸਰਕਾਰ ਦਾ ਉਹ ਗ੍ਰਾਮ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ। ਇਹਨਾਂ ਨੂੰ ਵਿਚਾਰਿਆਂ ਨੂੰ ਭੁੱਖਾ ਕਰਕੇ ਇਹਨਾਂ ਦੀ ਜ਼ਮੀਨ ਖੋਹ ਕੇ ਕੀ ਮਿਲਣਾ? ਕਿਸੇ ਕੋਲ 10 ਕਿੱਲੇ, ਕਿਸੇ ਕੋਲ 5 ਕਿੱਲੇ, ਕਿਸੇ ਕੋਲ 4 ਕਿੱਲੇ। 500 ਪਰਿਵਾਰ ਨੇ ਭਾਈ ਸਾਹਿਬ। 1939 ਦਾ ਜਿਹੜਾ ਤੁਹਾਨੂੰ ਦਿਖਾਵਾਂਗਾ, ਇਹਦੇ 'ਚ ਕਨਸਟੀਟਿਊਸ਼ਨ ਜਿਹੜੀ ਬਣੀ ਹੋਈ ਹੈ, ਕੱਲਾ ਪਰਿਵਾਰ ਦਾ ਜਿਹੜੇ ਮੈਂਬਰ, ਕਿੰਨੀ ਉਹਦੀ ਜ਼ਮੀਨ ਹੈ, ਉਹ ਕਿਸ ਤਰ੍ਹਾਂ ਵੰਡੀ ਜਾਏਗੀ, ਉਹ ਤੋਂ ਕਿੰਨਾ ਰੈਵਨਿਊ ਆਏਗਾ, ਸਾਰਾ ਕੁਝ ਹੈ। ਇੱਕ ਨੋਟਿਸ ਕੱਢਤਾ ਇਹਨਾਂ ਨੇ 22/5 ਨੂੰ, ਉੱਥੇ ਦਾ ਜਿਹੜਾ BDPO ਨੇ, ਕਿ ਆਹ ਸਾਰੀ ਜ਼ਮੀਨਾਂ ਜਿੱਥੇ ਦਫਾ 11 ਦੇ ਕੇਸ ਚੱਲ ਰਹੇ ਨੇ, ਇਹ ਸਾਰੇ ਕਬਜ਼ਾ ਕਰ ਲਓ। ਉਹ ਤੁਹਾਨੂੰ ਪਤਾ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਇਹ ਆਈ ਹੋਈ ਹੈ, ਨਵੀਂ ਸਰਕਾਰ ਬਣੀ ਹੈ, ਥੱਲੇ ਕੋਈ ਗਾਈਡ ਕਰਨ ਵਾਲਾ ਹੈ ਨਹੀਂ। ਉਹ ਮੰਤਰੀ ਸਾਹਿਬ ਨੂੰ ਸ਼ਾਇਦ ਗਲਤੀ ਦੱਸੀ ਜਾ ਰਹੇ ਨੇ ਕਿ ਜੀ ਕੋਈ ਨਹੀਂ ਜੀ, ਆ ਪੰਚਾਇਤ ਦੀ ਜੀ, ਚੱਕ ਦੋ ਜੀ। ਉਹ ਰੋਜ਼ TV 'ਚ ਮੈਂ ਦੇਖਦਾ ਕਿ ਇੰਨੇ ਲੋਕ ਆ ਰਹੇ ਨੇ, ਉਹ ਕਿ ਅਸੀਂ 3000 ਏਕੜ ਖਾਲੀ ਕਰਾ ਲਈ, 10,000 ਏਕੜ ਖਾਲੀ ਕਰਾ ਲਈ। ਯਾਰ ਪਿੰਡ ਵਾਲੇ ਨੇ, ਇਹਨਾਂ ਦੀ ਜ਼ਮੀਨ ਹੈ, ਖਾਲੀ ਕਿੱਦਾਂ ਕਰਾ ਲੋਗੇ? ਧੱਕਾ ਥੋੜ੍ਹੀ ਹੋ ਸਕਦਾ ਹੈ। ਜਿਹੜੀ ਜ਼ਮੀਨ ਹੈ ਨਾ, ਉਹ ਮਾਂ ਹੁੰਦੀ ਹੈ। ਕਿ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਮੰਤਰੀ ਸਾਹਿਬ ਹਰ ਜਗ੍ਹਾ 'ਤੇ ਜਾ ਰਹੇ ਨੇ, ਕਿਉਂਕਿ ਨਾ ਸਮਝਣ ਦੀ ਲੋੜ ਹੈ, ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਵੀ ਜਿਨ੍ਹਾਂ ਦੇ ਉੱਤੇ ਕੇਸ ਚੱਲਦੇ ਪਏ ਨੇ, ਪੈਂਡਿੰਗ ਮਾਮਲੇ ਨੇ, ਕਬਜ਼ੇ ਨਹੀਂ ਕੀਤੇ ਜਾ ਸਕਦੇ। ਕੀ ਕਹਿਣਾ ਚਾਹੁੰਦੇ? ਸਰ, ਮੇਰੀ ਤਾਂ ਸਰਕਾਰ ਨੂੰ ਰਿਕੁਐਸਟ ਹੋਈ ਹੈ ਕਿ ਤੁਹਾਡੇ ਪਾਰਟੀ ਦਾ ਨਾਂ ਹੀ ਆਮ ਆਦਮੀ ਪਾਰਟੀ ਹੈ। ਇਹ ਵਿਚਾਰੇ ਆਮ ਹੀ ਨੇ, ਇਹ ਕੋਈ ਰਾਜੇ ਨਹੀਂ, ਇਹ ਕੋਈ ਮਹਾਰਾਜੇ ਨਹੀਂ, ਇਹ ਕੋਈ ਕਿਸੇ ਸਰਕਾਰ ਦੇ ਨਾਲ ਤਾਲੁਕ ਨਹੀਂ ਰੱਖਦੇ, ਇਹ ਕੋਈ ਵੱਖਰੇ ਵਰਗ ਤੋਂ ਨਹੀਂ ਆਏ, ਇਹ ਕੋਈ ਪਾਕਿਸਤਾਨ ਤੋਂ ਨਹੀਂ ਆਏ, ਇਹ ਕਿ ਬੰਗਲਾਦੇਸ਼ ਤੋਂ ਨਹੀਂ ਆਏ। ਸਰਕਾਰ ਦੀ ਉਹ ਪਾਲਿਸੀ ਤਾਂ ਬਣ ਰਹੀ ਹੈ ਕਿ ਬਾਹਰ ਨੂੰ ਲਿਆਓ। ਜਿਹੜੀ ਵਿਚਾਰੇ ਇਹ ਗਰੀਬ ਬੰਦੇ ਨੇ, ਇਹਨਾਂ ਵਾਸਤੇ ਪਾਲਿਸੀ ਉਹਨਾਂ ਦੇ ਫਾਇਦੇ ਦੀ ਕੋਈ ਲਿਆਓ। ਇੱਦਾਂ ਡਾਂਗ ਚੱਕੋਗੇ, ਜਿੱਦਣ ਇਹਨਾਂ ਨੇ ਚੱਕ ਲਈ ਫਿਰ ਕੰਮ ਖਰਾਬ ਹੋਣਾ। ਜ਼ਮੀਨਾਂ ਦੇ ਉੱਤੇ ਕਬਜ਼ੇ ਨੂੰ ਲੈ ਕੇ ਲਗਾਤਾਰ ਹੀ ਪਿੰਡਾਂ ਵਾਲਿਆਂ ਦਾ ਰੋਸ ਜਗ ਜ਼ਾਹਿਰ ਹੋ ਰਿਹਾ। ਤੁਹਾਨੂੰ ਪਹਿਲਾਂ ਵੀ ਅਸੀਂ ਇੱਕ ਇੰਟਰੋ ਦਿਖਾਇਆ ਸੀ ਛਲੜੀ ਕਲਾਂ, ਜਿੱਥੇ 417 ਏਕੜ ਜ਼ਮੀਨ ਜੋ ਖੁਦ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਕਿ ਪਿੰਡ ਵਾਲਿਆਂ ਨੇ ਦੇਤੀ, ਬਾਅਦ 'ਚੋਂ ਖੁਦ ਪਿੰਡ ਵਾਲੇ ਕਹਿਣ ਲੱਗ ਪਏ ਅਸੀਂ ਕੋਈ ਵੀ ਜ਼ਮੀਨ ਨਹੀਂ ਦਿੱਤੀ। ਹੁਣ ਮਾਮਲਾ ਹੈ ਮੁੱਲਾਂਪੁਰ ਗਰੀਬਦਾਸ ਦਾ, ਜੋ ਕਿ ਮੋਹਾਲੀ ਜ਼ਿਲ੍ਹੇ ਦੇ ਨਾਲ ਲੱਗਦਾ ਇੱਕ ਪਿੰਡ ਹੈ। ਉੱਥੋਂ ਦਾ ਮਾਮਲਾ ਸਾਹਮਣੇ ਆਇਆ ਹੈ। ਨੋਟਿਸ ਬੋਰਡ ਲਗਾ ਦਿੱਤਾ ਗਿਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਨੋਟਿਸ ਬੋਰਡ ਦਿਖਾ ਦੇਣ, ਜਿਸ ਵਿੱਚ ਕਿਹਾ ਗਿਆ ਕਿ ਇਹ ਜ਼ਮੀਨ ਜੋ ਹੈ ਹੁਣ ਪੰਚਾਇਤੀ ਜ਼ਮੀਨ ਹੈ। 450 ਏਕੜ ਜ਼ਮੀਨ ਹੈ, ਜਿਸ ਉੱਪਰ ਕਬਜ਼ਾ ਲੈਣ ਦੀ ਗੱਲਬਾਤ ਚੱਲ ਰਹੀ ਹੈ। ਅੱਜ ਦੁਬਾਰਾ ਫਿਰ ਮੁੱਲਾਂਪੁਰ ਦੇ ਲੋਕ ਵਕੀਲ ਸਾਹਿਬ ਕੋਲ ਆਏ ਨੇ, ਪੰਕਜ ਭਾਰਦਵਾਜ ਕੋਲ ਆਏ ਨੇ। ਗੱਲਬਾਤ ਕਰਾਂਗੇ ਹੁਣ ਜ਼ਮੀਨ ਨੂੰ ਲੈ ਕੇ ਕਿਹੜੀ ਨਵੀਂ ਸਮੱਸਿਆ ਮੁੱਲਾਂਪੁਰ ਵਿੱਚ ਆ ਗਈ ਹੈ। ਸਭ ਬਹੁਤ ਸਵਾਗਤ ਹੈ ਪੰਜਾਬ ਨਿਊਜ਼। ਸਤਿ ਸ਼੍ਰੀ ਅਕਾਲ ਜੀ। ਮੁੱਦਾ ਕੀ ਹੈ ਜੋ ਤੁਹਾਡੇ ਕੋਲ ਪਿੰਡ ਵਾਲੇ ਅੱਜ ਆਏ ਨੇ ਇੱਥੇ ਇਕੱਠੇ ਹੋ ਕੇ ਮੁੱਲਾਂਪੁਰ ਦੇ ਜ਼ਮੀਨ ਨੂੰ ਲੈ ਕੇ 4.5 ਏਕੜ ਦੇ 450 ਏਕੜ ਦੇ ਜ਼ਮੀਨ ਹੈ? ਮੁੱਦਾ ਕੀ? ਸ਼ੁਰੂ ਦੀ ਗੱਲ ਕਰੀਏ, ਸੰਨ 47 ਤੋਂ ਪਹਿਲਾਂ ਦੀ ਕਿਹੜੇ ਕਾਗਜ਼ ਤੁਹਾਡੇ ਕੋਲ ਲੈ ਕੇ ਆਏ ਨੇ? ਮੈਂ ਦੱਸਦਾ, ਸਾਡੇ ਕੋਲ 1909 ਤੋਂ ਜਮਾਬੰਦੀਆਂ ਨੇ। ਅਸੀਂ ਕਾਬਜ਼, ਸਾਡੇ ਇਹਨਾਂ ਦੇ ਜਿਹੜੇ ਫੋਰ ਫਾਦਰ ਸੀਗੇ, ਉਹ ਸਾਰੇ ਕਾਬਜ਼ ਸੀ ਉਹ ਜ਼ਮੀਨ ਦੇ। ਇਹ ਖੇਵੜਦਾਰ ਨੇ। ਖੇਵੜਦਾਰ ਦਾ ਮਤਲਬ ਮਾਲਕ। ਉਸ ਤੋਂ ਬਾਅਦ 1939 ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਰਲ ਕੇ ਚੋਰ ਰਿਕਲੇਮੇਸ਼ਨ ਸੁਸਾਇਟੀ ਬਣਾਤੀ, ਕਿਉਂਕਿ ਉੱਥੇ ਹੜ੍ਹਾਂ ਆਉਂਦੀਆਂ ਸੀਗੀਆਂ ਅਤੇ ਉਹਦੇ ਕਰਕੇ ਇਹਨਾਂ ਨੇ ਸਾਰਿਆਂ ਦੇ ਉੱਪਰ ਡਿਊਟੀ ਲਾ ਦਿੱਤੀ ਕਿ ਇਹ ਪਰਿਵਾਰ ਦੇ ਇੰਨੀ ਜ਼ਮੀਨ ਹੈ, ਉਸ ਹਿਸਾਬ ਨਾਲ ਟੋਟਲ 450 ਏਕੜ ਦੇ ਕਰੀਬ ਜ਼ਮੀਨ ਹੈਗੀ ਉੱਥੇ। ਉਹ ਜਦੋਂ ਕੰਸੋਲੀਡੇਸ਼ਨ ਹੋਈ 1954 ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਇੱਕ ਆਰਡਰ ਪਾਸ ਕਰਤਾ ਬਿਨਾਂ ਕਿਸੇ ਗੱਲ ਤੋਂ। ਇਹਨਾਂ ਨੂੰ ਨਹੀਂ ਪਤਾ ਲੱਗਾ, ਇਹਨਾਂ ਦੇ ਪਿੱਛੇ ਉਹਨਾਂ ਨੇ ਆਰਡਰ ਪਾਸ ਕਰਤਾ ਕਿ ਇਹ ਗ੍ਰਾਮ ਪੰਚਾਇਤ ਦੀ ਜ਼ਮੀਨ ਹੈ। ਇਹਨਾਂ ਨੇ ਉਹ ਆਰਡਰ ਨੂੰ ਚੈਲੰਜ ਕੀਤਾ। ਮਿਊਟੇਸ਼ਨ ਫਿਰ ਇਹਨਾਂ ਦੇ ਨਾਂ 'ਤੇ ਹੋ ਗਈ। ਇਹਨਾਂ ਦੇ ਨਾਂ 'ਤੇ ਹੋਣ ਤੋਂ ਬਾਅਦ 1981 ਦੇ ਵਿੱਚ
ਉਹ ਜਿਹੜੀ ਗ੍ਰਾਮ ਪੰਚਾਇਤ ਉਸਲੇ ਸੀਗੀ ਉਹਨਾਂ ਨੇ ਦਫਾ 7 ਦੇ ਵਿੱਚ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਦੇ ਵਿੱਚ ਇਹ ਕੇਸ ਪਾਤਾ। ਉਹ ਕੇਸ ਹਾਰ ਗਏ। ਫਿਰ ਉਹ ਅਪੀਲ 'ਚ ਗਏ, ਅਪੀਲ 'ਚ JDC ਉਹ ਜਿੱਤ ਗਏ। ਫਿਰ ਹਾਈ ਕੋਰਟ ਗਏ, ਹਾਈ ਕੋਰਟ ਦੇ ਵਿੱਚ ਅਸੀਂ ਜਿੱਤ ਗਏ, ਅਮਰ ਪਿੰਡ ਵਾਲੇ ਜਿੱਤ ਗਏ। ਫਿਰ ਡਿਵੀਜ਼ਨ ਬੈਂਚ ਕੋ ਗਏ, ਉੱਥੇ ਵੀ ਜਿੱਤ ਗਏ। ਸੁਪਰੀਮ ਕੋਰਟ ਕੋ ਗਏ, ਸੁਪਰੀਮ ਕੋਰਟ ਨੇ ਉਹਨਾਂ ਦੀ ਉਹ ਵੀ ਖਾਰਿਜ ਕਰਤੀ, ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਜਾ ਕੇ ਦਫਾ 11 ਦੇ ਵਿੱਚ ਇਕੱਲੇ ਬੰਦੇ ਵੱਲ ਜਾ ਕੇ ਤੁਸੀਂ ਕੇਸ ਫਾਈਲ ਕਰੋ। ਅਸੀਂ 500 ਕੇਸ ਫਾਈਲ ਕਰ ਦਿੱਤੇ, ਜਿਨ੍ਹਾਂ 'ਚੋਂ 400 ਕੇਸ ADC ਨੇ 2019 'ਚ ਖਾਰਿਜ ਕਰਤੇ। ਇਹਨਾਂ ਦੇ ਕੇਸ ਹਾਲੇ ਪੈਂਡਿੰਗ ਹੈ, ਉੱਥੇ ਬਹਿਸ ਤੇ ਹੈ। ਤੇ ਉਹ ਪੈਂਡਿੰਗ ਹੋਣ ਦੇ ਬਾਵਜੂਦ ਵੀ ਇੱਕ ਨੋਟਿਸ ਕੱਢਤਾ ਇਹਨਾਂ ਨੇ 22/5 ਨੂੰ, ਉੱਥੇ ਦਾ ਜਿਹੜਾ BDPO ਨੇ, ਕਿ ਆਹ ਸਾਰੀ ਜ਼ਮੀਨਾਂ ਜਿੱਥੇ ਦਫਾ 11 ਦੇ ਕੇਸ ਚੱਲ ਰਹੇ ਨੇ, ਇਹ ਸਾਰੇ ਕਬਜ਼ਾ ਕਰ ਲਓ। ਉਹ ਤੁਹਾਨੂੰ ਪਤਾ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਇਹ ਆਈ ਹੋਈ ਹੈ, ਨਵੀਂ ਸਰਕਾਰ ਬਣੀ ਹੈ, ਥੱਲੇ ਕੋਈ ਗਾਈਡ ਕਰਨ ਵਾਲਾ ਹੈ ਨਹੀਂ। ਉਹ ਮੰਤਰੀ ਸਾਹਿਬ ਨੂੰ ਸ਼ਾਇਦ ਗਲਤੀ ਦੱਸੀ ਜਾ ਰਹੇ ਨੇ ਕਿ ਜੀ ਕੋਈ ਨਹੀਂ ਜੀ, ਆ ਪੰਚਾਇਤ ਦੀ ਜੀ ਚੱਕ ਦਿਓ ਜੀ। ਉਹ ਰੋਜ਼ TV 'ਚ ਮੈਂ ਦੇਖਦਾ ਕਿ ਇੰਨੇ ਲੋਕ ਆ ਰਹੇ ਨੇ, ਉਹ ਕਿ ਅਸੀਂ 3000 ਏਕੜ ਖਾਲੀ ਕਰਾ ਲਈ, 10,000 ਏਕੜ ਖਾਲੀ ਕਰਾ ਲਈ। ਯਾਰ ਪਿੰਡ ਵਾਲੇ ਨੇ ਇਹਨਾਂ ਦੀ ਜ਼ਮੀਨ ਖਾਲੀ ਕਿੱਦਾਂ ਕਰਾ ਲੋਗੇ? ਧੱਕਾ ਥੋੜ੍ਹੀ ਹੋ ਸਕਦਾ। ਜਿਹੜੀ ਜ਼ਮੀਨ ਹੈ ਨਾ ਉਹ ਮਾਂ ਹੁੰਦੀ ਹੈ। ਇਹ ਵਿਚਾਰੇ 40-45 ਸਾਲ ਤੋਂ ਕੇਸਾਂ 'ਚ ਲੜੇ ਹੋਏ। ਔਰ ਦੇਖੋ ਉਹਨਾਂ ਦਾ ਹਿਸਾਬ ਕਿਤਾਬ। ਆਹ ਜਿਹੜੇ 1983 ਸਰਪੰਚ ਸੀਗੇ ਨਾਇਬ ਸਿੰਘ ਜੀ, ਠੀਕ ਹੈ, ਆਹ ਸਾਰੇ ਬੰਦੇ ਜਿਹੜੇ ਨੇ ਇਹ ਇਸ ਵੇਲੇ ਚੋਰ ਰਿਕਲੇਮੇਸ਼ਨ ਸੁਸਾਇਟੀ ਦੇ ਮੋਢੀ ਨੇ। ਹੁਣ ਜਦੋਂ ਇਹ ਮੇਰੇ ਕੋਲ ਆ ਕੇ ਜਦੋਂ ਨੇ ਗੱਲ ਕੀਤੀ, ਮੈਂ ਇਹਨਾਂ ਨੂੰ ਕਿਹਾ ਯਾਰ ਇਹ ਤਾਂ ਧੱਕਾ ਹੋ ਗਿਆ, ਪਰ ਬੜੀ ਮੁਸ਼ਕਿਲ ਨਾਲ ਲੱਗੂ ਕਿ ਛੁੱਟੀਆਂ ਨੇ ਅੱਜਕੱਲ੍ਹ ਹਾਈ ਕੋਰਟ। ਚਲੋ ਅਸੀਂ DB ਨੂੰ ਰਿਕੁਐਸਟ ਕੀਤੀ, ਉਹਨਾਂ ਨੇ ਮੰਨ ਕੇ ਅੱਜ ਪੂਰੀ ਹੀਅਰਿੰਗ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਕਹਿਤਾ ਐਸਾ ਕੋਈ ਕੰਮ ਨਹੀਂ ਹੋਏਗਾ, ਸਟੇ ਕਰਤੀ ਸਾਰੀ ਜ਼ਮੀਨ ਸਟੇ ਹੋ ਗਈ। ਹੁਣ ਅਹਿਮ ਸਵਾਲ ਹੈ ਕਿ ਉਹ ਨੋਟਿਸ ਦਿਖਾ ਦਿਓ ਜੋ ਤੁਸੀਂ ਕਹਿੰਦੇ ਹੋ ਵੀ ਨੋਟਿਸ ਦਿੱਤਾ ਗਿਆ ਸੀ ਜ਼ਮੀਨਾਂ ਦੇ ਉੱਤੇ ਕਬਜ਼ੇ ਨੂੰ ਲੈ ਕੇ। ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇਹ ਨੋਟਿਸ ਦਿਖਾ ਦੇਣ। ਇਹ ਲਿਖਿਆ ਕੀ ਇਸ ਵਿੱਚ? ਨੋਟਿਸ ਇਹ ਲਿਖਿਆ ਜੀ ਕਿ ਆਹ ਜਿਹੜੇ 7 ਪਿੰਡ ਨੇ, ਮਤਲਬ ਇਕੱਲੇ ਇਹਨਾਂ ਦੇ ਨਹੀਂ, 7 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਖਾਲੀ ਸਟੇ ਜਿਹੜਾ ਹੋਇਆ ਇਹਨਾਂ ਦੇ ਕੇਸ 'ਚ ਹੋਇਆ, ਪਰ 7 ਪਿੰਡਾਂ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ BDPO ਨੇ ਕਿ ਆਹ ਜਿੰਨੀ ਵੀ ਜ਼ਮੀਨ ਹੈ ਇਹਨੂੰ ਖਾਲੀ ਕੀਤਾ ਜਾਵੇ ਅਤੇ ਇੱਥੇ ਕਬਜ਼ਾ ਲਿਆ ਜਾਵੇ ਦਫਾ 11 'ਚ। ਉਹ ਕੇਸ ਹਾਲੇ ਉਹਦੇ ਕੋਲ ਪੈਂਡਿੰਗ ਹੈ, ਕਬਜ਼ਾ ਸਾਡੇ ਕੋਲ ਹੈ, ਕਿੱਦਾਂ ਕਬਜ਼ਾ ਲੈ ਲੈਣਗੇ? ਫਿਰ ਕਾਨੂੰਨ ਨਾਲ ਹੀ ਦੇਖੋ, ਮੈਂ ਅੱਜ ਕੋਰਟ 'ਚ ਵੀ ਜੱਜ ਸਾਹਿਬ ਨੂੰ ਇਹੋ ਕਿਹਾ, ਮੈਂ ਕਿਹਾ ਜੀ ਅਲਟੀਮੇਟਲੀ ਉਹ ਰੂਲ ਆਫ ਲਾਅ ਹੈ ਕਿ ਸਭ ਤੋਂ ਉੱਪਰ ਕਾਨੂੰਨ ਹੈ, ਸਭ ਤੋਂ ਉੱਪਰ ਕਾਨੂੰਨ ਹੈ। ਸਰਕਾਰ ਤੇ ਆਏਗੀ ਜਾਏਗੀ, ਅੱਜ ਇੱਕ ਹੈ ਕੱਲ੍ਹ ਦੂਜੀ ਹੋਏਗੀ, ਪਰ ਗਰੀਬ ਬੰਦਿਆਂ ਨਾਲ ਇਦਾਂ ਦਾ ਧੱਕਾ ਯਾਰ। ਸਰ ਤੁਸੀਂ ਦੁਬਾਰਾ ਫਿਰ ਦੱਸ ਦਿਓ। ਅਸੀਂ ਪਹਿਲਾਂ ਵੀ ਇੰਟਰਵਿਊ ਕੀਤੀਆਂ, ਕਈ ਐਡਵੋਕੇਟ ਨੇ ਆ ਕੇ ਦੱਸਿਆ ਵੀ ਕਿ ਕਿਸੇ ਵੀ ਸਟੇ ਕੀਤੀ ਜ਼ਮੀਨ ਦੇ ਉੱਤੇ ਮੰਤਰੀ ਸਾਹਿਬ ਜਾ ਕੇ ਕਬਜ਼ਾ ਲੈ ਸਕਦੇ ਨੇ। ਨਹੀਂ ਜੀ, ਕਾਨੂੰਨ ਤਾਂ ਦੇਖੋ ਬੜਾ ਕਲੀਅਰ ਹੈ। ਮੰਤਰੀ ਜੀ ਜਾਣ ਭਾਵੇਂ ਸੰਤਰੀ ਜੀ ਜਾਣ, ਉਹਦਾ ਕੋਈ ਮਤਲਬ ਨਹੀਂ ਹੈਗਾ। ਕਾਨੂੰਨ ਦੀ ਗੱਲ ਕਰੀਏ, ਕਾਨੂੰਨ ਦੇ ਵਿੱਚ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ। ਜਿਹੜਾ ਆਹ ਕਾਨੂੰਨ ਹੈ ਨਾ ਜੀ, ਇਹਦੇ 'ਚ ਬੇਸਿਕ ਲਾਅ ਤੁਹਾਨੂੰ ਦੱਸ ਦਿੰਦਾ, ਤੁਸੀਂ ਦੇਖੋ ਕਿੱਦਾਂ ਦੱਸਣਾ। 26 ਜਨਵਰੀ 1950 ਤੋਂ ਪਹਿਲੇ ਜਿਹੜੇ ਬੰਦੇ ਦੇ ਕਾਬਜ਼ ਹੈਗੇ ਨੇ, ਜਿਨ੍ਹਾਂ ਕੋਲ ਐਵੀਡੈਂਸ ਹੈਗਾ, ਉਹਨਾਂ ਦੇ ਸਰਕਾਰ ਦਾ ਉਹ ਗ੍ਰਾਮ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ। ਜਿਹੜੀ ਉਹ ਜਿਨ੍ਹਾਂ ਕੋਲ ਮੰਨ ਲਓ ਅਸੀਂ ਮੁਜ਼ਾਹਰੇ ਹਾਂ, ਅਸੀਂ ਕੋਈ ਹੋਰ ਬੰਦੇ ਨੇ, ਉਹ ਪੱਟੇ 'ਤੇ ਬੈਠੇ ਨੇ 26 ਜਨਵਰੀ ਤੋਂ ਪਹਿਲੇ ਬੈਠੇ ਨੇ, ਪਰ ਉਹਨਾਂ ਕੋਲ ਸਬੂਤ ਹੋਰ ਕੋਈ ਨਹੀਂ ਹੈਗਾ, ਉਹਨਾਂ ਦਾ ਕੋਈ ਰਾਈਟ ਨਹੀਂ ਬਣਦਾ। ਪਰ ਆਹ ਤਾਂ ਖੇਵੜਦਾਰ ਨੇ, ਇਹ ਤਾਂ ਮਾਲਕ ਨੇ, ਇਹਨਾਂ ਨੂੰ ਵਿਚਾਰਿਆਂ ਨੂੰ ਭੁੱਖਾ ਕਰਕੇ ਇਹਨਾਂ ਦੀ ਜ਼ਮੀਨ ਖੋਹ ਕੇ ਕੀ ਮਿਲਣਾ? ਕਿਸੇ ਕੋਲ 10 ਕਿੱਲੇ, ਕਿਸੇ ਕੋਲ 5 ਕਿੱਲੇ, ਕਿਸੇ ਕੋਲ 4 ਕਿੱਲੇ। 500 ਪਰਿਵਾਰ ਨੇ ਭਾਈ ਸਾਹਿਬ। 1939 ਦਾ ਜਿਹੜਾ ਤੁਹਾਨੂੰ ਦਿਖਾਵਾਂਗਾ, ਇਹਦੇ 'ਚ ਕੌਨਸਟੀਟਿਊਸ਼ਨ ਜਿਹੜੀ ਬਣੀ ਹੋਈ ਹੈ, ਕੱਲਾ ਪਰਿਵਾਰ ਦਾ ਜਿਹੜੇ ਮੈਂਬਰ, ਕਿੰਨੀ ਉਹਦੀ ਜ਼ਮੀਨ ਹੈ, ਉਹ ਕਿਸ ਤਰ੍ਹਾਂ ਵੰਡੀ ਜਾਏਗੀ, ਉਹ ਤੋਂ ਕਿੰਨਾ ਰੈਵਨਿਊ ਆਏਗਾ, ਸਾਰਾ ਕੁਝ ਹੈਗਾ। ਤੁਹਾਡਾ ਨਾਮ ਕੀ ਬਾਬਾ ਜੀ? ਸ਼ੇਰ ਸਿੰਘ ਮੱਲ। ਤੁਹਾਡੇ ਪਿੰਡ ਦੇ ਵਿੱਚ ਆਏ ਸੀ ਅਫਸਰ, ਕਹਿ ਕੇ ਗਏ ਨੇ ਜ਼ਮੀਨ ਖਾਲੀ ਕਰਵਾਉਣ ਵਾਸਤੇ? ਤੁਸੀਂ ਧਰਨਾ ਵੀ ਲਗਾ ਕੇ ਬੈਠੇ ਹੋ ਉੱਥੇ? ਹਾਂ ਜੀ, ਬੈਠੇ ਆ ਜੀ, ਪਰ ਗੱਡੀਆਂ ਬਹੁਤੀਆਂ ਆਈ ਵੀ ਆ, ਉਧਰ ਆਇਆ ਤਾਂ ਕੋਈ ਨਹੀਂ। ਨਹੀਂ ਦੇਖੋ ਜੀ, ਇਹਨਾਂ ਨੇ ਨਾ ਉਹ ਕੀ ਕੀਤਾ ਸੀਗਾ, 15 ਦਿਨ ਪਹਿਲੇ, 15-20 ਦਿਨ ਪਹਿਲੇ ਇਹਨਾਂ ਨੇ ਬੁਲਡੋਜ਼ਰ ਮੰਗਾ ਲਏ ਸੀਗੇ। ਹਾਂ, ਫਿਰ ਮੈਂ ਉੱਥੇ ਗਿਆ ਮੌਕੇ 'ਤੇ, ਮੈਂ ਉਹਨਾਂ ਨੂੰ ਕਿਹਾ ਯਾਰ ਨਾ ਕਰੋ ਇਹੋ ਜਿਹਾ ਕੰਮ, ਵਿਚਾਰੇ ਗਰੀਬ ਬੰਦੇ ਨਾਲ ਫਿਰ ਜਦੋਂ ਤੁਸੀਂ ਜ਼ੋਰ ਲਾਓਗੇ ਫਿਰ ਇਹ ਵੀ ਕੁਝ ਕਰਨਗੇ। ਦੇਖੋ ਮੇਰੇ ਘਰ ਕੋਲ ਵੜ ਜੂਗਾ, ਬਸ ਚਲੋ ਸਰਕਾਰ ਵੜ ਜਾਏਗੀ ਤੇ ਮੈਂ ਨਿਕਲ ਕੱਢ ਤਾਂ ਦਊਗੀ ਮੈਨੂੰ, ਪਰ ਘੱਟੋ ਘੱਟ ਇਹ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ, ਇਹ ਧੱਕਾ ਨਹੀਂ ਨੋਰਮਲੀ ਕਰਦੀ ਗਰੀਬ ਬੰਦੇ ਨਾਲ। ਪਰ ਮੈਨੂੰ ਲੱਗਦਾ ਹੈ ਕਿ ਕਈ ਵਾਰੀ ਜਿਹੜੇ ਥੱਲੇ ਅਫਸਰ ਹੈ ਨਾ ਜੀ, ਉਹ ਮਿਸਗਾਈਡ ਕਰ ਦਿੰਦੇ ਨੇ ਕਿਸੇ ਨਾ ਕਿਸੇ ਨੇ। ਹੁਣ ਦੇਖੋ ਇਹ ਛੋਟਾ ਅਫਸਰ ਹੈ BDPO, ਉਹਦੀ ਕੋਈ ਜੂਰਿਸਡਿਕਸ਼ਨ ਨਹੀਂ, ਉਹਦੇ ਕੋਲ ਕੋਈ ਕੇਸ ਪੈਂਡਿੰਗ ਨਹੀਂ, ਉਹਨੂੰ ਕਿਹਦੇ ਕਹਿਣ ਦੇ ਉੱਪਰ ਉਹਨੇ ਕੰਮ ਕੀਤਾ, ਇਹ ਨਹੀਂ ਸਮਝ ਆਈ। ਜੇ ਮਾਮਲਾ ਪੈਂਡਿੰਗ ਹੈ, ਚਾਹੇ ADC ਕੋਲ ਹੈ, ਚਾਹੇ ਕੋਰਟ ਵਿੱਚ ਹੈ, ਜੇ ਨੋਟਿਸ ਆ ਜਾਂਦਾ ਉਸ ਤੋਂ ਬਾਅਦ ਜੇ ਕੋਈ ਵੀ ਅਫਸਰ ਬਲਡੋਜ਼ਰ ਲੈ ਕੇ, ਚਾਹੇ BDPO ਹੈ, ਚਾਹੇ SSP ਹੈ, ਚਾਹੇ DC ਹੈ, ਜੇ ਪਿੰਡ ਵਿੱਚ ਜ਼ਮੀਨ ਵਾਹਣ ਚਲਾ ਗਿਆ, ਕੀ ਬਾਏ ਨੇਮ ਕੇਸ ਹੋ ਸਕਦਾ? ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਤੁਸੀਂ ਮੰਤਰੀ ਛੱਡੋ, ਜੇ ਮਤਲਬ ਪ੍ਰਧਾਨ ਮੰਤਰੀ ਆਵੇ ਉਹ 'ਤੇ ਵੀ ਹੋ ਸਕਦਾ। ਕਾਨੂੰਨ ਸਭ ਲਈ ਬਰਾਬਰ ਹੈ ਬ੍ਰਦਰ।
ਆਪਾਂ ਕਨਸਟੀਟਿਊਸ਼ਨ ਦੀ ਲਾਅ ਦੀ ਗੱਲ ਕਰ ਰਹੇ ਹਾਂ। ਮੈਂ ਜਿਹੜੀ ਆ ਵਰਦੀ ਪਾਈ ਹੈ ਕਾਨੂੰਨ ਦੀ, ਇਹ ਕਾਨੂੰਨ ਦੇ ਇਹਦੇ 'ਚ ਸਾਰੇ ਬੰਦੇ ਇੱਕੋ ਜਿਹੇ ਨੇ। ਜੇ ਮੈਂ ਕਤਲ ਕਰੂੰਗਾ ਤਾਂ ਮੈਨੂੰ ਉਹੀ ਸਜ਼ਾ ਜਿਹੜੀ ਇਹਨਾਂ ਨੂੰ ਹੋਏਗੀ। ਇਹ ਨਹੀਂ ਹੋ ਸਕਦਾ ਕਿ ਉਹ ਮੰਤਰੀ ਹੈ ਤੇ ਉਹਨਾਂ ਦੇ ਉੱਪਰ ਕੋਈ ਕਾਨੂੰਨ ਨਹੀਂ ਹੈਗਾ, ਤਾਂ ਐਸਾ ਨਹੀਂ ਕੁਝ। ਹੁਣ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪੰਜਾਬ, ਚਲੋ ਇਹ ਗਰੀਬਦਾਸ ਮੁੱਲਾਪੁਰ ਗਰੀਬਦਾਸ ਪਿੰਡ ਆ, ਹੋਰ ਵੀ ਪਿੰਡਾਂ ਵਿੱਚ ਆਪਾਂ ਜੇ ਗੱਲ ਕਰੀਏ ਕਬਜ਼ੇ ਹੁੰਦੇ ਜਾ ਰਹੇ ਨੇ। ਇੱਕ ਪਾਸੇ ਸਰਕਾਰ ਕਹਿ ਰਹੀ ਵੀ ਅਸੀਂ ਉਹ ਜ਼ਮੀਨਾਂ ਲੈ ਕੇ ਕਾਸ਼ਤਕਾਰ ਨੂੰ ਵਾਪਸ ਦੇਵਾਂਗੇ ਜਾਂ ਕੋਈ ਹੋਰ ਪਾਲਿਸੀ ਤਹਿਤ ਇਹਨਾਂ ਨੂੰ ਵਾਪਸ ਦਿੱਤੀਆਂ ਜਾਣਗੀਆਂ। ਕਿ ਕੋਈ ਇਹੋ ਜਿਹੀ ਪਾਲਿਸੀ ਹੈਗੀ ਹੈ ਜੋ ਸਰਕਾਰ ਸੋਚ ਰਹੀ ਹੈ ਇਸ ਸਮੇਂ ਕਿ ਇਹਨਾਂ ਜ਼ਮੀਨਾਂ ਪਹਿਲਾਂ ਲੈ ਲਈਏ ਬਾਅਦ 'ਚ ਵਾਪਸ ਦੇ ਦਈਏ, ਕਿਉਂਕਿ ਪੋਸੀਬਲ ਹੈਗਾ? ਸਰਦਾਰ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਪਹਿਲੇ ਮੈਂ ਇਹਨਾਂ ਦਾ ਘਰ ਤੋੜਾਂ, ਇਹਨਾਂ ਦੀ ਜ਼ਮੀਨ ਖੋਲ੍ਹਵਾਂ, ਮੁੜ ਕੇ ਮੈਂ ਕਹਾਂ ਇਹਨਾਂ ਨੂੰ ਦੇ ਦਾਂਗਾ? ਇਹ ਕਿੱਥੇ ਦੀ ਗੱਲ ਕਰ ਰਹੇ ਹੋ ਤੁਸੀਂ? ਗੱਲ ਉਹ ਕਰੋ ਕਿ ਜਾਂ ਤਾਂ ਇਹਨਾਂ ਦੀ ਐਗਜ਼ਿਸਟਿੰਗ ਜ਼ਮੀਨਾਂ ਜਿਹੜੀਆਂ ਹੈਗੀਆਂ, ਇਹ ਕੋਈ ਪਾਲਿਸੀ ਜੇ ਮੈਨੂੰ ਪੁੱਛਣ ਤਾਂ ਮੈਂ ਉਹਨੂੰ ਕਹਾਂਗਾ ਜੀ ਪਾਲਿਸੀ ਇਹੋ ਜਿਹੀ ਬਣਾਓ। ਲੈਂਡ ਪੂਲਿੰਗ ਦਾ ਹੈਗਾ ਸਿਸਟਮ, ਉਹ ਲੈਂਡ ਪੂਲਿੰਗ 'ਚ ਇਹਨਾਂ ਦੇ ਮੰਨ ਲਓ 3 ਏਕੜ ਹੈਗੀ, ਉਹ ਸਰਕਾਰ ਕਹਿ ਸਕਦੀ ਹੈ ਕਿ ਜੀ ਤੁਹਾਨੂੰ ਇਹਦੇ ਬਦਲੇ ਇੰਨੇ ਪੈਸੇ ਦੇ ਦਾਂਗੇ ਜਾਂ ਆਹ ਸ਼ੋਰੂਮ ਦੇ ਦਾਂਗੇ। ਕੋਈ ਸਰਕਾਰ ਕੋਲ ਸਾਰਾ ਕੁਝ ਹੁੰਦਾ, ਇਹ ਵਿਚਾਰੇ ਉਹਨੂੰ ਡਿਵੈਲਪ ਨਹੀਂ ਕਰ ਸਕਦੇ, ਸਰਕਾਰ ਕਰ ਸਕਦੀ ਹੈ। ਉਹੋ ਜਿਹਾ ਕੰਮ ਤਾਂ ਆਪਾਂ ਬਹਿ ਕੇ ਉਹਨਾਂ ਸਰਕਾਰ ਨਾਲ ਵੀ ਕਰ ਸਕਦੇ ਹਾਂ, ਪਰ ਧੱਕੇ ਨਾਲ ਜਦੋਂ ਡਾਂਗ ਲੈ ਕੇ ਆ ਜਾਣਗੇ ਭਾਜੀ, ਫਿਰ ਕੌਣ ਕੀ ਕਰੇਗਾ? ਮੈਂ ਕਾਨੂੰਨ ਦੀ ਤੁਸੀਂ ਗੱਲ ਪੁੱਛੀ, ਪਰ ਕਾਨੂੰਨ ਦਾ ਜਵਾਬ ਕਾਨੂੰਨ ਨਹੀਂ ਹੋਏਗਾ। ਸਨ 47 ਤੋਂ ਪਹਿਲਾਂ ਜੇ ਕਿਸੇ ਵੀ ਵਿਅਕਤੀ ਕੋਲ ਜ਼ਮੀਨ ਹੈਗੀ ਹੈ, ਉਹਦੇ ਕੋਲ ਕਾਗਜ਼ ਕੋਈ ਨਹੀਂ ਹੈਗਾ, ਸਨ 47 ਤੋਂ ਪਹਿਲਾਂ ਵਿਅਕਤੀ ਬੈਠਾ ਹੈ, ਕਿ ਉਹ ਜ਼ਮੀਨ ਖਾਲੀ ਕਰਵਾਈ ਜਾ ਸਕਦੀ ਹੈ? ਦੇਖੋ ਜੀ, ਜਿਹੜਾ ਤਾਂ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਦਾ ਮੁੱਦਾ ਹੈ, ਉਹ ਤਾਂ ਕੱਟ ਆਫ ਡੇਟ ਹੈਗੀ ਹੈ 26 ਜਨਵਰੀ 1950। ਉਸ ਤੋਂ ਪਹਿਲੇ ਜੇ ਉਹਦੇ ਕੋਲ ਕਾਗਜ਼ ਹੈਗੇ ਸਿਰਫ 47 ਦਾ ਤਾਂ ਕੋਈ ਰੌਲਾ ਨਹੀਂ ਹੈਗਾ। 47 ਵਾਲਾ ਜਿਹੜਾ ਤੁਹਾਡਾ ਸਵਾਲ ਹੈ ਉਹ ਤਦ ਸੀਗਾ, ਉਹ 'ਚ ਦੂਜਾ ਐਕਟ ਲਾਗੂ ਹੁੰਦਾ ਹੈ। ਉਹ ਉਹਨਾਂ ਕੇਸਾਂ 'ਚ ਹੁੰਦਾ ਹੈ ਜਿੱਦਾਂ ਮੰਨ ਲਓ ਮੈਂ ਪਾਕਿਸਤਾਨ ਰਹਿੰਦਾ ਸੀਗਾ ਜਾਂ ਮੈਂ ਹਿੰਦੁਸਤਾਨ ਰਹਿੰਦਾ ਸੀਗਾ, ਮੈਂ ਪਾਕਿਸਤਾਨ ਚਲਾ ਗਿਆ, ਉਹ ਉੱਥੇ ਉਹਨਾਂ ਨੂੰ ਮਿਲਦਾ ਸੀਗਾ ਜੀ ਇੰਨੇ % ਤੇ ਤੁਹਾਨੂੰ ਇਹ ਜ਼ਮੀਨ ਮਿਲ ਜਾਏਗੀ। ਉਹ 47 ਵਾਲੇ ਉਹ 47 ਵਾਲੇ ਕੇਸ ਨੇ। ਉਹ ਲੱਗ 50 ਵਾਲੇ ਕੇਸ 1950 1950 ਜਿਹੜਾ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਹੈਗਾ ਨਾ 1961 'ਚ ਬਣਿਆ ਜਿਹੜਾ, ਉਹ ਸਾਰਾ ਉਹਨੂੰ ਡੀਲ ਕਰਦਾ। ਉਦੋਂ ਕੀ ਹੋਇਆ ਸੀ, ਜਦੋਂ ਮੁਰੱਬਾਬੰਦੀ ਕਹਿੰਦੇ ਜਿਹਨੂੰ, ਕੰਸੋਲੀਡੇਸ਼ਨ, ਮੁਰੱਬਾਬੰਦੀ ਵਾਲੇ ਇਹਨਾਂ ਨੇ ਹੋਰ ਤਾਂ ਕੋਈ ਤਰੀਕਾ ਸੀਗਾ ਨਹੀਂ ਕਿ ਕਿੱਦਾਂ ਕੋਈ ਮੰਨ ਲਓ ਮੇਰੇ ਕੋਲ 10,000 ਏਕੜ ਜ਼ਮੀਨ ਹੈ ਅਤੇ ਮੈਂ ਇਕੱਲੇ ਦੇ ਨਾਂ 'ਤੇ ਇਹਨਾਂ ਨੇ ਬਣਾ ਤਾ ਕਿ ਇਸ ਤੋਂ ਵੱਧ ਨਹੀਂ ਹੋ ਸਕਦੀ, ਠੀਕ ਹੈ। ਅਤੇ ਉਹ ਇਹਨਾਂ ਨੇ ਇਕੱਠਾ ਇੱਕੋ ਹੀ ਕਰਤਾ ਕਿ ਜਿੱਥੇ ਮੰਨ ਲਓ ਬਾਹਰ ਹੈ, ਪਿੰਡ ਤੋਂ ਬਾਹਰ ਹੈ, ਘਰ ਨਹੀਂ, ਜਿਹੜੀ ਬਾਹਰ ਪਿੰਡ ਤੋਂ ਹੈਗੀ ਜ਼ਮੀਨ, ਉਹ ਸਾਰੀ ਇਹਨਾਂ ਨੇ ਕਹਿਤਾ ਪੰਚਾਇਤ ਦੀ ਜ਼ਮੀਨ ਹੈ। ਇੱਦਾਂ ਥੋੜ੍ਹੀ ਬਣ ਜਾਏਗੀ ਪੰਚਾਇਤ ਦੀ ਜ਼ਮੀਨ। ਹੁਣ ਸਰ ਮਨ 'ਚ ਡਰ ਹੈਗਾ, ਤੁਹਾਡੇ ਕੋਲ ਆਏ ਨੇ, ਮਨ 'ਚ ਜੇ ਡਰ ਨਾ ਹੁੰਦਾ, ਪ੍ਰੋਟੈਸਟ ਨਾ ਹੁੰਦਾ, ਡਰ ਕੱਢਦਾ ਕੋਈ ਪੁੱਛੋ ਡਰ ਇਹਨਾਂ ਨੂੰ। ਮੈਂ ਇਹਨਾਂ ਨੂੰ ਕਿਹਾ ਭਾਈ ਮੈਂ ਲੜੂੰਗਾ ਬਿਲਕੁਲ ਸ਼ੇਰ ਵਕਨ। ਡਰ ਕਿਸ ਚੀਜ਼ ਦਾ? ਆਪਣੇ ਘਰ ਨੂੰ ਬਚਾਉਣ ਨੂੰ ਕਾਹਦਾ ਡਰ? ਜੋ ਤੁਹਾਡੇ ਕੋਲ ਆ ਗਏ, ਹੁਣ ਤੁਹਾਡੇ ਕੋਲ ਆ ਗਏ, ਤੁਸੀਂ ਮਦਦ ਕਰ ਰਹੇ ਹੋ, ਪਰ ਅਹਿਮ ਸਵਾਲ ਹੈ, ਬੁਲਡੋਜ਼ਰ ਘਰ ਦੇ ਬਾਹਰ ਖੜੇ ਹੋਏ ਨੇ, ਜੇ ਕੱਲ ਨੂੰ ਬੁਲਡੋਜ਼ਰ ਚੱਲ ਜਾਂਦੇ ਨੇ, ਨਹੀਂ ਮੰਨਦੀ ਸਰਕਾਰ ਵੀ ਇਹ ਚਲਾਣਾ ਬੁਲਡੋਜ਼ਰ, ਫਿਰ ਇਹਨਾਂ ਕੋਲ ਬੰਦੂਕਾਂ ਨਹੀਂ ਹੈਗੇ, ਬੰਦੇ ਨਹੀਂ ਹੈਗੇ। ਬਦਮਾਸ਼ ਹੋਵੇ, ਜੇ ਬਦਮਾਸ਼ ਆ ਕੇ ਉਹਨੂੰ ਰੋਕਦੇ ਆ ਤਾਂ ਸਰਕਾਰ ਜੇ ਬਦਮਾਸ਼ੀ ਕਰੇਗੀ, ਇਹਨਾਂ ਕੋਲ ਸਾਰੇ ਤਰੀਕੇ ਹੈਗੇ ਨੇ। ਇਹ ਤਾਂ ਵਿਚਾਰੇ ਸ਼ਰੀਫ ਬੰਦੇ ਨੇ। ਜਦੋਂ ਸ਼ਰੀਫ ਬੰਦਾ ਖੜਾ ਹੋਊਗਾ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰ ਪਰਮਾਤਮਾ ਨੂੰ ਥੱਲੇ ਲਿਆਂਦਾ। ਦੇਖੋ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਨਾ ਸਰਕਾਰ ਨੂੰ ਤੇ ਨਾ ਬਦਮਾਸ਼ ਨੂੰ। ਜੇ ਮੈਂ ਤੁਹਾਡੀ ਇਹ ਕੋਈ ਮੈਨੂੰ ਗਾਲ ਕੱਢਦਾ ਮੈਂ ਚੁੱਪ ਰਹਿਣਾ, ਦਾ ਮਤਲਬ ਮੈਂ ਨਹੀਂ ਕਿ ਮੈਂ ਕਮਜ਼ੋਰ ਹਾਂ, ਮੈਂ ਕਹਿੰਦਾ ਕੀ ਲੈਣਾ, ਠੀਕ ਹੈ। ਅਸੀਂ ਕਾਨੂੰਨ ਦੇ ਰਸਤੇ ਤੇ ਹੈਗੇ, ਕਾਨੂੰਨ ਦੀ ਗੱਲ ਕਰ ਰਹੇ ਹਾਂ। ਮੇਰਾ ਆਖਰੀ ਸਵਾਲ ਹੈ ਕਿ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਮੰਤਰੀ ਸਾਹਿਬ ਹਰ ਜਗ੍ਹਾ 'ਤੇ ਜਾ ਰਹੇ, ਕਿਉਂਕਿ ਨਾ ਸਮਝਣ ਦੀ ਲੋੜ ਹੈ, ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਵੀ ਜਿਨ੍ਹਾਂ ਦੇ ਉੱਤੇ ਕੇਸ ਚੱਲਦੇ ਪਏ ਨੇ, ਪੈਂਡਿੰਗ ਮਾਮਲੇ ਨੇ, ਕਬਜ਼ੇ ਨਹੀਂ ਕੀਤੇ ਜਾ ਸਕਦੇ। ਕੀ ਕਹਿਣਾ ਚਾਹੁੰਦੇ ਹੋ? ਸਰ ਮੇਰੀ ਤਾਂ ਸਰਕਾਰ ਨੂੰ ਰਿਕੁਐਸਟ ਹੋਈ ਹੈ ਕਿ ਤੁਸੀਂ, ਤੁਹਾਡਾ ਇੱਕ ਪਾਰਟੀ ਦਾ ਨਾਂ ਹੀ ਆਮ ਆਦਮੀ ਪਾਰਟੀ ਹੈ, ਇਹ ਵਿਚਾਰੇ ਆਮ ਹੀ ਨੇ, ਇਹ ਕੋਈ ਰਾਜੇ ਨਹੀਂ, ਇਹ ਕੋਈ ਮਹਾਰਾਜੇ ਨਹੀਂ, ਇਹ ਕੋਈ ਕਿਸੇ ਸਰਕਾਰ ਦੇ ਨਾਲ ਤਾਲੁਕ ਨਹੀਂ ਰੱਖਦੇ, ਇਹ ਕੋਈ ਵੱਖਰੇ ਵਰਗ ਤੋਂ ਨਹੀਂ ਆਏ, ਇਹ ਕੋਈ ਪਾਕਿਸਤਾਨ ਤੋਂ ਨਹੀਂ ਆਏ, ਇਹ ਕਿ ਬੰਗਲਾਦੇਸ਼ ਤੋਂ ਨਹੀਂ ਆਏ। ਸਰਕਾਰ ਦੀ ਉਹ ਪਾਲਿਸੀ ਤਾਂ ਬਣ ਰਹੀ ਹੈ ਕਿ ਬਾਹਰ ਨੂੰ ਲਿਆਓ। ਜਿਹੜੀ ਵਿਚਾਰੇ ਇਹ ਗਰੀਬ ਬੰਦੇ ਨੇ, ਇਹਨਾਂ ਵਾਸਤੇ ਪਾਲਿਸੀ ਉਹਨਾਂ ਦੇ ਫਾਇਦੇ ਦੀ ਕੋਈ ਲਿਆਓ। ਇੱਦਾਂ ਡਾਂਗ ਚੱਕੋਗੇ, ਜਿਸ ਦਿਨ ਇਹਨਾਂ ਨੇ ਚੱਕ ਲਈ ਫਿਰ ਕੰਮ ਖਰਾਬ ਹੋਣਾ। ਤੁਸੀਂ ਸਾਰੀ ਗੱਲ ਮੈਂ ਸੁਣੀ ਹੈ, ਮੁੱਲਾਪੁਰ ਗਰੀਬਦਾਸ ਪਿੰਡ ਜਿੱਥੇ 450 ਏਕੜ ਜ਼ਮੀਨ ਹੈ, ਉਸ ਉੱਪਰ ਬੁਲਡੋਜ਼ਰ ਲਿਆਂਦੇ ਗਏ, ਪ੍ਰੋਟੈਸਟ ਕੀਤਾ ਇਹਨਾਂ ਨੇ, ਬੁਲਡੋਜ਼ਰ ਚੱਲਿਆ ਨਹੀਂ। ਵਕੀਲ ਸਾਹਿਬ ਖੁਦ ਪਿੰਡ ਵਿੱਚ ਗਏ, ਜਾ ਕੇ ਕਹਿ ਕੇ ਮਾਮਲੇ ਜੋ ਪੈਂਡਿੰਗ ਨੇ ਉਸ ਉੱਪਰ ਕਬਜ਼ੇ ਨਹੀਂ ਹੋ ਸਕਦੇ। ਬਾਰ-ਬਾਰ ਅਸੀਂ ਇੰਟਰਵਿਊ ਵਿੱਚ ਕਹਿ ਰਹੇ ਹਾਂ ਪੈਂਡਿੰਗ ਮਾਮਲਿਆਂ 'ਤੇ ਕਬਜ਼ੇ ਨਹੀਂ ਹੋ ਸਕਦੇ, ਜਾਂ ਜਿਨ੍ਹਾਂ ਦੇ ਮਾਮਲੇ ਕੋਰਟ ਵਿੱਚ ਨੇ, ਸਟੇ ਕੀਤੀਆਂ ਜ਼ਮੀਨਾਂ ਨੇ, ਉਸ ਉੱਪਰ ਵੀ ਕਬਜ਼ੇ ਨਹੀਂ ਹੋ ਸਕਦੇ। ਉਸ ਦੇ ਬਾਵਜੂਦ ਵੀ ਜੇ ਸਰਕਾਰ ਕਬਜ਼ਾ ਕਰਦੀ ਹੈ, ਤੁਸੀਂ ਬਾਏ ਨੇਮ ਪਟੀਸ਼ਨ ਦਾਇਰ ਕਰ ਸਕਦੇ ਹੋ, ਤੁਸੀਂ ਖੁਦ ਕੋਰਟ ਦਾ ਸਹਾਰਾ ਲੈ ਸਕਦੇ ਹੋ। ਇਹਨਾਂ ਪਿੰਡ ਵਾਲਿਆਂ ਨੇ ਵੀ ਵਕੀਲ ਸਾਹਿਬ ਦਾ ਸਹਾਰਾ ਲਿਆ, ਕੋਰਟ ਵਿੱਚ ਲੈ ਕੇ ਜਾ ਰਹੇ ਨੇ ਮਸਲਾ। ਹੁਣ ਕਿ ਵਾਕਈ ਜੇ ਬੁਲਡੋਜ਼ਰ ਚੱਲ ਜਾਂਦੇ ਨੇ, ਬਾਈ ਨੇਮ ਪਟੀਸ਼ਨਾਂ ਪੈ ਸਕਦੀਆਂ ਨੇ, ਚਾਹੇ ਵਕੀਲ ਸਾਹਿਬ ਨੇ ਕਿਹਾ ਪ੍ਰਧਾਨ ਮੰਤਰੀ ਕਿਉਂ ਨਹੀਂ ਹੈਗਾ, ਮੰਤਰੀ ਤਾਂ ਬੜੀ ਦੂਰ ਦੀ ਗੱਲ ਹੈ। ਤੁਸੀਂ ਵੀ ਕੋਈ ਵੀ ਅਫਸਰ ਜੇ ਇਸ ਤਰੀਕੇ ਨਾਲ ਕਰਦਾ, ਉਸ ਉੱਪਰ ਵੀ ਕਿਤੇ ਨਾ ਕਿਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।